Hello everyone, welcome to Victor's Knowledge. This is Chinu Sharma and today we are going to take up part 7 from our important series on 500 plus MCQs of geography. So starting with our 360th question, the Chilika Lake region lies in between the deltas of। So ਜਿਹੜਾ Chilika Lake ਵਾਲਾ ਏਰੀਆ ਹੈ ਇਹ ਮਹਾਨਦੀ ਤੇ ਗੋਦਾਵਰੀ ਇਹ ਦੋ ਜਿਹੜੇ ਇੰਪੋਰਟੈਂਟ ਡੈਲਟਾਸ ਨੇ ਇਹਨਾਂ ਦੇ ਵਿਚਕਾਰ ਪੈਂਦਾ ਹੈ। ਸੋ ਰਾਈਟ ਆਨਸਰ ਹੈ ਆਪਸ਼ਨ ਸੀ। ਨੈਕਸਟ ਹੈ ਦਮੋਦਰ ਰਿਵਰ ਹੈ ਜਿਹੜੀ ਉਹਨੂੰ ਸੌਰੋ ਆਫ ਬੰਗਾਲ ਕਿਉਂ ਕਿਹਾ ਜਾਂਦਾ ਹੈ। ਸੋ ਇਹ ਜਿਹੜੀ ਇੱਕ ਨੈਗੇਟਿਵ ਟਰਮ ਦਿੱਤੀ ਹੋਈ ਹੈ, ਇੱਕ ਨੈਗੇਟਿਵ ਨਾਮ ਦਿੱਤਾ ਹੋਇਆ ਰਿਵਰ ਦਮੋਦਰ ਨੂੰ, ਉਹਦਾ ਕਾਰਨ ਹੈ ਕਿ ਜਿਹੜੀ ਇਹ ਨਦੀ ਹੈ ਇਹਦੇ ਵਿੱਚ ਬਹੁਤ ਵਾਰੀ ਹੜ੍ਹ ਆਉਂਦਾ ਹੈ ਜਿਹਦੇ ਨਾਲ ਲੋਕਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸੇ ਲਈ ਇਹਨੂੰ ਸੌਰੋ ਕਿਹਾ ਜਾਂਦਾ ਹੈ ਬੰਗਾਲ ਦਾ। ਸੋ ਰਾਈਟ ਆਨਸਰ ਹੈ ਆਪਸ਼ਨ ਏ ਗੈਟਸ ਫਲੱਡਡ ਆਫਨ ਕਾਜ਼ਿੰਗ ਹੈਵੋਕ। ਤੇ ਇਹ ਕੁਐਸਚਨ ਐਗਜ਼ਾਮ ਵਿੱਚ ਆਉਣ ਦੇ ਬਹੁਤ ਜ਼ਿਆਦਾ ਹਾਈ ਚਾਂਸਸ ਹੈ। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸੌਰੋ ਆਫ ਬੰਗਾਲ ਕਿਹੜੀ ਰਿਵਰ ਨੂੰ ਕਿਹਾ ਜਾਂਦਾ ਹੈ। ਸੋ ਰਿਵਰ ਦਮੋਦਰ ਤੇ ਉਹਦਾ ਕਾਰਨ ਕੀ ਹੈ। ਨੈਕਸਟ ਹੈ ਸ਼ਿਓਕ ਕਿਹਦੀ ਟ੍ਰਿਬਿਊਟਰੀ ਹੈ। ਸੋ ਸ਼ਿਓਕ ਹੈ ਟ੍ਰਿਬਿਊਟਰੀ ਇੰਦਸ ਦੀ ਆਪਸ਼ਨ ਬੀ। ਨੈਕਸਟ ਹੈ ਲੈਂਥ ਦੇ ਅਨੁਸਾਰ ਆਪਾਂ ਨੇ ਰਿਵਰਸ ਨੂੰ ਵੱਡੀ ਤੋਂ ਛੋਟੀ ਡਿਕਰੀਜ਼ਿੰਗ ਆਰਡਰ ਵਿੱਚ ਇੱਕ ਕਰੈਕਟ ਸੀਕੁਐਂਸ ਦੇਣਾ। ਸੋ ਸਭ ਤੋਂ ਪਹਿਲਾਂ ਜਿਹੜੀ ਸਭ ਤੋਂ ਜ਼ਿਆਦਾ ਲੈਂਥ ਦੀ ਹੈ ਉਹ ਹੈ ਬ੍ਰਹਮਪੁੱਤਰਾ, ਦੂਜੇ ਨੰਬਰ ਤੇ ਆਉਂਦੀ ਹੈ ਗੰਗਾ, ਫਿਰ ਗੋਦਾਵਰੀ ਤੇ ਚੌਥੇ ਨੰਬਰ ਤੇ ਹੈ ਨਰਮਦਾ। ਸੋ ਰਾਈਟ ਆਨਸਰ ਹੈ ਆਪਸ਼ਨ ਏ। ਨੈਕਸਟ ਹਿਮਾਲਯਨ ਰਿਵਰਸ ਨੇ ਜਿਹੜੀਆਂ ਇਹਨਾਂ ਦੇ ਕੁਝ ਫੀਚਰ ਦੱਸੇ ਹੋਏ ਨੇ, ਕੈਰੈਕਟਰਿਸਟਿਕ ਦੱਸੇ ਹੋਏ ਨੇ ਵੀ ਇਹ ਕਿਵੇਂ ਦੀਆਂ ਹੁੰਦੀਆਂ ਨੇ। ਸੋ ਆਪਾਂ ਨੇ ਦੱਸਣਾ ਹੈ ਕਿ ਚਾਰੋਂ ਫੀਚਰਸ ਦੇ ਵਿੱਚੋਂ ਕਿਹੜੇ-ਕਿਹੜੇ ਫੀਚਰ ਹਿਮਾਲਯਨ ਰਿਵਰ ਦੇ ਨਾਲ ਰਿਲੇਟਡ ਟਰੂ ਨੇ, ਸਹੀ ਨੇ। ਸੋ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਬੀ। ਮੈਨੀ ਆਫ them have their source in inner Himalaya। ਇਹ ਪੈਰੇਨੀਅਲ ਫਲੋ ਨੇ। ਸੋ ਇਹਨਾਂ ਦੇ ਵਿੱਚ ਇਰੋਜਨ ਦੀ ਵੀ ਬਹੁਤ ਹੀ ਜ਼ਿਆਦਾ ਕਪੈਸਿਟੀ ਹੈ। ਇਹ ਤਿੰਨ ਸਟੇਟਮੈਂਟ ਬਿਲਕੁਲ ਸਹੀ ਨੇ। ਚੌਥੀ ਸਟੇਟਮੈਂਟ ਗਲਤ ਹੈ ਜਿਹੜੀ ਕਹਿ ਰਹੀ ਹੈ ਕਿ ਇਹ ਗੋਰਜਸ ਨਹੀਂ ਫਾਰਮ ਕਰਦੇ। ਸੋ ਇਹ ਬਿਲਕੁਲ ਗਲਤ ਹੈ। ਸੋ ਰਾਈਟ ਆਨਸਰ ਇਜ਼ ਆਪਸ਼ਨ ਬੀ। ਨੈਕਸਟ ਇੱਕ ਸਾਈਡ ਤੇ ਆਪਣੇ ਕੋਲ ਰਿਵਰਸ ਨੇ, ਦੂਜੀ ਸਾਈਡ ਤੇ ਰਿਵਰਸ ਸ਼ੁਰੂ ਕਿੱਥੋਂ ਹੁੰਦੇ ਨੇ, ਉਹਨਾਂ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ, ਓਰੀਜਿਨੇਸ਼ਨ। ਸੋ ਓਰੀਜਿਨੇਸ਼ਨ ਬਾਰੇ ਆਪਾਂ ਨੂੰ ਜਗ੍ਹਾ ਲਿਖਿਆ ਹੋਇਆ ਨੇ, ਆਪਾਂ ਨੇ ਸਹੀ ਮੈਚ ਕਰਨਾ ਹੈ। ਸੋ ਹੁਣ ਆਪਾਂ ਦੇਖਦੇ ਹਾਂ ਇਹ ਆਪਸ਼ਨ ਕਹਿ ਰਹੀ ਹੈ ਇੰਦਸ। ਇੰਦਸ origin ਹੁੰਦੀ ਹੈ ਤਿੱਬਤ ਤੋਂ। ਨੈਕਸਟ ਹੈ ਗੰਗਾ। ਗੰਗਾ ਸਟਾਰਟ ਹੁੰਦੀ ਹੈ ਉੱਤਰਾਖੰਡ। ਗੋਦਾਵਰੀ ਮਹਾਰਾਸ਼ਟਰ ਤੇ ਲਾਸਟ ਹੈ ਨਰਮਦਾ ਮੱਧ ਪ੍ਰਦੇਸ਼। ਐਗਜ਼ਾਮ ਵਿੱਚ ਬਾਰ-ਬਾਰ ਜਿਹੜਾ ਰਿਪੀਟ ਹੁੰਦਾ ਕੁਐਸਚਨ ਰਿਵਰਸ ਦੇ ਓਰੀਜਿਨੇਸ਼ਨ ਤੋਂ ਲੈ ਕੇ ਉਹ ਹੈ ਇੰਦਸ। ਸੋ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੋ ਜਾਊਗਾ ਆਪਸ਼ਨ ਏ 2143। ਗੰਗਾ ਨੂੰ ਬੰਗਲਾਦੇਸ਼ ਦੇ ਵਿੱਚ ਕਿਹੜੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਸੋ ਗੰਗਾ ਨਦੀ ਨੂੰ ਬੰਗਲਾਦੇਸ਼ ਦੇ ਵਿੱਚ ਪਦਮਾ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਆਪਸ਼ਨ ਏ। ਇਹਨਾਂ ਚਾਰਾਂ ਦੇ ਵਿੱਚੋਂ ਗਲਤ ਕੀ ਹੈ, ਫਾਲਸ। ਸੋ ਜਿਹੜੇ ਗਲਤ ਹੈ ਉਹ ਹੈ ਆਪਸ਼ਨ ਬੀ ਕਿ ਗੋਦਾਵਰੀ ਮੱਧ ਪ੍ਰਦੇਸ਼ ਨੂੰ ਸਰਵ ਕਰਦੀ ਹੈ। ਸੋ ਇਹ ਬਿਲਕੁਲ ਗਲਤ ਹੈ। ਬਾਕੀ ਜਿਹੜੀਆਂ ਤਿੰਨ ਆਪਸ਼ਨਸ ਨੇ ਥੀਸ ਆਰ ਐਬਸੋਲਿਊਟਲੀ ਰਾਈਟ ਸਟੇਟਮੈਂਟ। ਸੋ ਪਹਿਲੀ ਸਟੇਟਮੈਂਟ ਕਹਿ ਰਹੀ ਹੈ ਕਿ ਕ੍ਰਿਸ਼ਨਾ ਦਾ ਜਿਹੜਾ ਪਾਣੀ ਹੈ ਉਹ ਸਰਵ ਹੁੰਦਾ ਹੈ ਮਹਾਰਾਸ਼ਟਰ ਤੇ ਆਂਧਰਾ ਦੇ ਵਿੱਚ, ਮਹਾਨਦੀ ਬਿਹਾਰ ਤੇ ਓਡੀਸ਼ਾ, ਨਰਮਦਾ ਮਹਾਰਾਸ਼ਟਰ ਤੇ ਮੱਧ ਪ੍ਰਦੇਸ਼। ਨੈਕਸਟ ਇਜ਼ ਕਿਹੜੀਆਂ ਪੈਨਿਨਸੂਲਰ ਰਿਵਰਸ ਨੇ ਜਿਹੜੀਆਂ ਵੈਸਟਵਰਡ ਫਲੋ ਕਰਦੀਆਂ ਨੇ। ਸੋ ਈਸਟਵਰਡ, ਵੈਸਟਵਰਡ ਇਹ ਬਾਰ-ਬਾਰ ਰਿਪੀਟ ਹੋਣ ਵਾਲੇ ਕੁਐਸਚਨ ਨੇ। ਪੈਨਿਨਸੂਲਰ ਰਿਵਰ ਜਿਹੜੀਆਂ ਵੈਸਟਵਰਡ ਫਲੋ ਕਰਦੀ ਹੈ ਇਹਨਾਂ ਚਾਰਾਂ ਦੇ ਵਿੱਚੋਂ ਉਹ ਹੈ ਰਿਵਰ ਤਪਤੀ ਆਪਸ਼ਨ ਸੀ। ਨੈਕਸਟ ਹੈ ਕਿਹੜੀ ਰਿਵਰ ਨੂੰ ਵ੍ਰਿਧ ਗੰਗਾ ਦੇ ਨਾਮ ਦੇ ਨਾਲ ਬੁਲਾਇਆ ਜਾਂਦਾ ਹੈ। ਸੋ ਵਿਚ ਆਫ ਦ ਫੋਲੋਇੰਗ ਰਿਵਰਸ ਇਜ਼ ਨੋਨ ਐਜ਼ ਵ੍ਰਿਧ ਗੰਗਾ। ਸੋ ਉਹ ਹੈ ਗੋਦਾਵਰੀ ਆਪਸ਼ਨ ਏ। Most of the river flowing westward from Western Ghat do not form delta। ਜ਼ਿਆਦਾਤਰ ਜਿਹੜੀਆਂ ਵੈਸਟਰਨ ਘਾਟ ਤੋਂ ਵੈਸਟਵਰਡ ਡਾਇਰੈਕਸ਼ਨ ਦੇ ਵਿੱਚ ਰਿਵਰਸ ਫਲੋ ਕਰਦੀਆਂ ਨੇ ਉਹ ਡੈਲਟਾ ਨਹੀਂ ਬਣਾਉਂਦੀਆਂ। ਸੋ ਇਹਦਾ ਕਾਰਨ ਕੀ ਹੈ। ਇਹਦਾ ਕਾਰਨ ਹੈ ਕਿ ਉਹਨਾਂ ਦਾ ਹਾਈ ਗ੍ਰੇਡੀਐਂਟ ਫੀਚਰ। ਸੋ ਆਪਸ਼ਨ ਏ ਰਾਈਟ ਆਨਸਰ ਹੈ। Which of the following pair are correctly matched? ਸੋ ਪਹਿਲੀ ਗੱਲ ਕਰ ਰਹੇ ਹਾਂ ਨਰਮਦਾ ਜਬਲਪੁਰ ਇਹਦੇ ਨਾਲ ਸਿਟੀ ਰਿਲੇਟਡ ਹੈ, ਗੋਦਾਵਰੀ ਨਾਸਿਕ, ਮਹਾਨਦੀ ਕਟਕ। ਸੋ ਇਹ ਤਿੰਨੋਂ ਪੇਅਰ ਬਿਲਕੁਲ ਸਹੀ ਮੈਚ ਕੀਤੇ ਹੋਏ ਨੇ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਡੀ 1, 2 ਐਂਡ 3। ਨੈਕਸਟ ਅਗੇਨ ਹਿਮਾਲਯਨ ਰਿਵਰਸ ਦੇ ਫੀਚਰਸ ਦੀ ਗੱਲ ਹੋ ਰਹੀ ਹੈ। ਇਹ ਕੁਐਸਚਨ ਪਹਿਲਾਂ ਵੀ ਰਿਪੀਟ ਹੋਇਆ। ਸੋ ਉਰੇ ਜਿਹੜੇ ਦੇ ਫੀਚਰਸ ਨੇ ਇਹ ਆਪਸ਼ਨਸ ਨੇ ਇਹ ਅਲੱਗ ਨੇ। ਪਹਿਲੀ ਆਪਸ਼ਨ ਕਹਿ ਰਹੀ ਹੈ ਵੀ ਜਿਹੜੀਆਂ ਹਿਮਾਲਯਨ ਰਿਵਰਸ ਨੇ ਇਹ ਯੂਥਫੁਲ ਨੇਚਰ ਦੀਆਂ ਨੇ, ਜ਼ਿਆਦਾ ਪੁਰਾਣੀਆਂ ਨਹੀਂ ਹੈਗੀਆਂ, ਡੀਪ ਗੋਰਜਸ ਬਣਾਉਂਦੀਆਂ ਨੇ। ਦੂਜੀ ਸਟੇਟਮੈਂਟ ਕਹਿ ਰਹੀ ਹੈ ਕਿ ਇਹ ਡੈਂਡਰਿਕ ਪੈਟਰਨ ਹੈ ਜਿਹੜਾ ਉਹਨੂੰ ਫੋਲੋ ਕਰਦੇ ਆ।
ਤੀਜੀ ਸਟੇਟਮੈਂਟ ਕਹਿ ਰਹੀ ਹੈ ਕਿ ਇਹਨਾਂ ਦਾ ਬੇਸਿਨ ਬਹੁਤ ਜ਼ਿਆਦਾ ਵੱਡਾ ਹੁੰਦਾ ਹੈ, ਲਾਰਜ ਬੇਸਿਨ ਵਾਲੀਆਂ ਇਹ ਰਿਵਰਸ ਨੇ। ਸੋ ਇਹ ਤਿੰਨੋਂ ਸਟੇਟਮੈਂਟ ਬਿਲਕੁਲ ਕਰੈਕਟ ਨੇ ਤੇ ਕੁਐਸਚਨ ਬਹੁਤ ਇੰਪੋਰਟੈਂਟ ਹੈ। ਰਾਈਟ ਆਂਸਰ ਰਹੂਗਾ ਆਪਸ਼ਨ ਡੀ 1, 2 ਐਂਡ 3। ਹਿਮਾਲਯਨ ਰਿਵਰਸ ਕੀ ਨੇ, ਇਹਨਾਂ ਦੀ ਨੇਚਰ। ਹਿਮਾਲਯਨ ਰਿਵਰਸ ਆਮ ਤੌਰ ਤੇ ਬਰਫ਼ ਤੋਂ ਨਾਲ ਫੈਡ ਹੁੰਦੀਆਂ ਨੇ, ਭਰੀਆਂ ਹੁੰਦੀਆਂ ਨੇ। ਸੋ ਇਹ ਸਨੋ ਫੈਡ ਰਿਵਰਸ ਨੇ ਕਿਉਂਕਿ ਹਾਈ ਮਾਊਂਟੇਨੀਅਸ ਏਰੀਆਜ਼ ਤੋਂ ਆਉਂਦੀਆਂ ਨੇ। ਸੋ ਹਿਮਾਲਯਨ ਰਿਵਰਸ ਸਨੋ ਫੈਡ ਨੇ। By which name does the Brahmaputra enter into India? ਜਦੋਂ ਬ੍ਰਹਮਪੁੱਤਰਾ ਇੰਡੀਆ ਦੇ ਵਿੱਚ ਦਖਲ ਹੁੰਦੀ ਹੈ ਤਾਂ ਇਹਨੂੰ ਉਰੇ ਨਾਮ ਦਿੱਤਾ ਜਾਂਦਾ ਹੈ ਦਿਹਾਂਗ। ਸੋ ਆਪਸ਼ਨ ਸੀ ਇਹਦਾ ਰਾਈਟ ਆਂਸਰ ਹੈ। ਤਿੱਬਤਨ ਰਿਵਰ ਜ਼ੈਂਗਪੋ ਇੰਡੀਆ ਦੇ ਵਿੱਚ ਜਦੋਂ ਐਂਟਰ ਹੁੰਦੀ ਹੈ ਕਿਹੜੀ ਸਟੇਟ ਤੋਂ ਸਟਾਰਟ ਹੋ ਕੇ ਇੰਡੀਆ 'ਚ ਆਪਣੀ ਐਂਟਰੀ ਲੈਂਦੀ ਹੈ? ਸੋ ਤਿੱਬਤਨ ਰਿਵਰ ਜ਼ੈਂਗਪੋ ਇੰਡੀਆ ਦੇ ਵਿੱਚ ਅਰੁਣਾਚਲ ਪ੍ਰਦੇਸ਼ ਸਟੇਟ ਤੋਂ ਆਪਣੀ ਐਂਟਰੀ ਲੈਂਦੇ ਆ। ਸੋ ਆਪਸ਼ਨ ਏ ਇਹਦਾ ਸਹੀ ਉੱਤਰ ਹੈ। ਨੈਕਸਟ ਹੈ ਮਹਾਰਾਸ਼ਟਰ ਤੇ ਗੁਜਰਾਤ ਵਿੱਚੋਂ ਕਿਹੜੀ ਰਿਵਰ ਫਲੋ ਕਰਦੀ ਹੈ? ਸੋ ਉਹ ਹੈ ਰਿਵਰ ਤਪਤੀ ਤੇ ਇਹਦਾ ਨਾਮ ਗੁਜਰਾਤ ਦੇ ਨਾਲ ਬਹੁਤ ਵਾਰੀ ਐਗਜ਼ਾਮ ਦੇ ਵਿੱਚ ਡਾਇਰੈਕਟਲੀ ਪੁੱਛਿਆ ਜਾਂਦਾ ਹੈ। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਨੈਕਸਟ ਕਿਹੜਾ ਰਿਵਰ ਬੇਸਿਨ ਹੈ ਜਿਹਨੂੰ ਇੰਡੀਆ ਦਾ ਰੂਰ ਕਿਹਾ ਜਾਂਦਾ ਹੈ? ਦਿਸ ਇਜ਼ ਅਗੇਨ ਵੈਰੀ ਇੰਪੋਰਟੈਂਟ ਕੁਐਸਚਨ। ਇਹਨੂੰ ਸਟੈਟਿਕ ਜੀਕੇ ਦੇ ਅੰਦਰ ਵੀ ਕਾਫੀ ਵਾਰੀ ਦੇਖਣ ਨੂੰ ਮਿਲਿਆ, ਐਗਜ਼ਾਮ ਵਿੱਚ ਆਉਂਦਾ ਬਾਰ-ਬਾਰ। ਸੋ ਰਿਵਰ ਬੇਸਿਨ ਜਿਹਨੂੰ ਰੂਰ ਕਿਹਾ ਜਾਂਦਾ ਇੰਡੀਆ ਦਾ ਉਹ ਹੈ ਦਮੋਦਰ, ਆਪਸ਼ਨ ਏ। ਇੰਡੀਆ ਦੀ ਸਭ ਤੋਂ ਲੰਬੀ ਲੌਂਗੈਸਟ ਰਿਵਰ ਕਿਹੜੀ ਹੈ? ਸੋ ਲੌਂਗੈਸਟ ਹੈ ਗੰਗਾ, ਆਪਸ਼ਨ ਏ। ਲੌਂਗੈਸਟ ਪੈਨਿਨਸੂਲਰ ਇੰਡੀਆ ਦੀ ਰਿਵਰ ਕਿਹੜੀ ਹੈ? ਸੋ ਇਹਨਾਂ ਚਾਰਾਂ ਦੇ ਵਿੱਚੋਂ ਪੈਨਿਨਸੂਲਰ ਇੰਡੀਆ ਦੀ ਜੇ ਗੱਲ ਕਰੀਏ ਸੋ ਅਲੱਗ-ਅਲੱਗ ਸਾਰੇ ਫਿਜ਼ੀਓਗ੍ਰਾਫਿਕ ਫੀਚਰਸ ਹੁੰਦੇ ਨੇ। ਪੈਨਿਨਸੂਲਰ ਇੰਡੀਆ ਦੀ ਲੌਂਗੈਸਟ ਰਿਵਰ ਹੈ ਰਿਵਰ ਗੋਦਾਵਰੀ, ਆਪਸ਼ਨ ਬੀ। ਨੈਕਸਟ ਇਜ਼ ਵਿਚ ਆਫ ਦ ਫੋਲੋਇੰਗ ਰਿਵਰ ਇਜ਼ ਨੋਨ ਐਜ਼ ਇੰਡੀਆ ਸੌਰਵ ਰਿਵਰ। ਸੋ ਪਹਿਲਾਂ ਆਪਣੇ ਜਿਹੜਾ ਦਮੋਦਰ ਆਂਸਰ ਦੇਖਿਆ ਸੀ ਉਹ ਸੀ ਸੌਰਵ ਆਫ ਬੰਗਾਲ। ਉਰੇ ਪੂਰੇ ਇੰਡੀਆ ਦੀ ਗੱਲ ਹੋ ਰਹੀ ਹੈ। ਸੋ ਇੰਡੀਆ ਦੀ ਰਿਵਰ ਆਫ ਸੌਰਵ ਕਿਹਾ ਜਾਂਦਾ ਹੈ ਕੋਸੀ ਨੂੰ, ਆਪਸ਼ਨ ਡੀ। ਨੈਕਸਟ ਇਜ਼ ਹਾਈਐਸਟ ਵਾਟਰਫਾਲ ਕਿਹੜੇ ਨੇ ਇੰਡੀਆ ਦੇ ਵਿੱਚ? ਇਹ ਵੀ ਬਾਰ-ਬਾਰ ਕੁਐਸਚਨ ਐਗਜ਼ਾਮ ਦੇ ਵਿੱਚ ਰਿਪੀਟ ਹੁੰਦਾ ਹੈ। ਸੋ ਇਹ ਸਟੈਟਿਕ ਜੀਕੇ ਦੇ ਅੰਦਰ ਵੀ ਬਹੁਤ ਵਾਰੀ ਪੁੱਛਿਆ ਜਾਂਦਾ ਹੈ। ਸੋ ਹਾਈਐਸਟ ਵਾਟਰਫਾਲ ਹੈ ਜੋਗ ਫਾਲ, ਆਪਸ਼ਨ ਬੀ। ਨੈਕਸਟ ਹੈ ਜਿਹੜੇ ਜੋਗ ਫਾਲਸ ਨੇ ਕਿਹੜੀ ਸਟੇਟ ਵਿੱਚ ਲੋਕੇਟਡ ਹੈ? ਸੋ ਜੋਗ ਫਾਲਸ ਨੇ ਕਰਨਾਟਕਾ ਵਿੱਚ ਲੋਕੇਟਡ, ਆਪਸ਼ਨ ਬੀ। ਨੈਕਸਟ ਇਸ ਜਿਹੜਾ ਭਾਖੜਾ ਨੰਗਲ ਮਲਟੀਪਰਪਸ ਪ੍ਰੋਜੈਕਟ ਹੈ ਕਿਹੜੀ-ਕਿਹੜੀਆਂ ਸਟੇਟਸ ਦਾ ਇਕੱਠਾ ਜੁਆਇੰਟ ਵੈਂਚਰ ਪ੍ਰੋਜੈਕਟ ਹੈ? ਸੋ ਇਹਦੇ ਅੰਦਰ 3 ਮੇਨ ਸਟੇਟਸ ਇਨਵੋਲਵਡ ਨੇ, ਪੰਜਾਬ, ਹਰਿਆਣਾ ਤੇ ਰਾਜਸਥਾਨ, ਆਪਸ਼ਨ ਬੀ ਰਾਈਟ ਆਂਸਰ ਹੈ। ਨੈਕਸਟ ਜੇ ਆਪਾਂ ਈਸਟਵਰਡ ਫਲੋਇੰਗ ਰਿਵਰਸ ਦੀ ਗੱਲ ਕਰੀਏ ਪੈਨਿਨਸੂਲਰ ਇੰਡੀਆ ਦੀਆਂ ਨੇ ਜੋ ਨਾਰਥ ਤੋਂ ਸਾਊਥ, ਜੇ ਆਪਾਂ ਨੇ ਉੱਪਰ ਤੋਂ ਨੀਚੇ ਤੱਕ ਇਹਨਾਂ ਦੀ ਡਾਇਰੈਕਸ਼ਨ ਦੇ ਅਨੁਸਾਰ ਸੀਕੁਐਂਸ ਵਿੱਚ ਲਗਾਉਣਾ ਹੋਵੇ ਤਾਂ ਸਹੀ ਸੀਕੁਐਂਸ ਕੀ ਹੋਊਗਾ? ਸੋ ਸਭ ਤੋਂ ਪਹਿਲਾਂ ਆਊਗੀ ਰਿਵਰ ਸੁਬਰਨ ਰੇਖਾ, ਫਿਰ ਮਹਾਨਦੀ, ਦੈਨ ਗੋਦਾਵਰੀ, ਕ੍ਰਿਸ਼ਨਾ, ਪੈਨਾਰ, ਕਾਵੇਰੀ ਤੇ ਨੀਚੇ ਸਾਊਥ ਵਿੱਚ ਵੈਗਈ। ਸੋ ਆਪਸ਼ਨ ਏ ਇਹਦਾ ਰਾਈਟ ਆਂਸਰ ਹੈ। ਨੈਕਸਟ ਜਿਹੜੀ ਵੁਲਾਰ ਲੇਕ ਹੈ ਕਸ਼ਮੀਰ ਦੀ ਉਹ ਕਿਸ ਤਰ੍ਹਾਂ ਦੀ ਲੇਕ ਹੈ? ਸੋ ਇਹ ਜਿਹੜੀ ਲੇਕ ਹੈ ਇਹ ਟਰਮੀਨਲ ਮੋਰੈਨਿਕ ਡੈਮ ਤੋਂ ਤਿਆਰ ਹੁੰਦੀ ਹੈ। ਸੋ ਇਟ ਇਜ਼ ਅ ਲੇਕ ਫਾਰਮਡ ਬਾਈ ਟਰਮੀਨਲ ਮੋਰੈਨਿਕ ਡੈਮ, ਆਪਸ਼ਨ ਸੀ ਇਜ਼ ਦ ਰਾਈਟ ਆਂਸਰ। ਸੋ ਬਹੁਤ ਵਾਰੀ ਡਾਇਰੈਕਟਲੀ ਇਹ ਵੀ ਐਗਜ਼ਾਮ ਦੇ ਵਿੱਚ ਆਉਂਦਾ ਕਿ ਵੁਲਾਰ ਲੇਕ ਹੈ ਕਿੱਥੇ? ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਇਟ ਇਜ਼ ਲੋਕੇਟਡ ਇਨ ਕਸ਼ਮੀਰ। ਨੈਕਸਟ ਇਜ਼ ਹਿੰਟਰਲੈਂਡ ਰੈਫਰਸ ਟੂ। ਸੋ ਜਿਹੜੇ ਇਸ ਤਰ੍ਹਾਂ ਦੇ ਕੁਐਸਚਨ ਨੇ ਇਹ ਸਪੈਸ਼ਲੀ ਪੀਪੀਐਸਸੀ ਦੇ ਦੁਆਰਾ ਕੰਡਕਟ ਕੀਤੇ ਗਏ ਐਗਜ਼ਾਮ ਵਿੱਚ ਜ਼ਰੂਰ ਪੁੱਛੇ ਜਾਂਦੇ ਨੇ ਕਿਉਂਕਿ ਜਦੋਂ ਵੀ ਆਪਾਂ ਕਰੰਟ ਇਸ਼ੂਜ਼ ਦੀ ਗੱਲ ਕਰਦੇ ਹਾਂ ਤਾਂ ਕਈ ਵਾਰੀ ਕੋਈ ਟਰਮ, ਕੋਈ ਵਰਡ ਜਿਹੜਾ ਨਿਊਜ਼ 'ਚ ਰਿਹਾ ਹੁੰਦਾ ਹੈ ਉਹਦੇ ਕੰਸੈਪਟ ਨੂੰ ਹੀ ਐਗਜ਼ਾਮ ਵਿੱਚ ਕੁਐਸਚਨ ਦੀ ਫਾਰਮ ਪੁੱਛਿਆ ਜਾਂਦਾ ਹੈ। ਸੋ ਜਿਹੜੇ ਵੀ ਸਟੂਡੈਂਟ ਕੋਆਪਰੇਟਿਵ ਐਗਜ਼ਾਮ ਦੀ ਜਾਂ ਫਿਰ ਨਾਇਬ ਤਹਿਸੀਲਦਾਰ ਦੀ ਤਿਆਰੀ ਕਰ ਰਹੇ ਨੇ ਉਹ ਇਸ ਤਰ੍ਹਾਂ ਦੇ ਕੁਐਸਚਨਸ ਉੱਤੇ ਜ਼ਰੂਰ ਧਿਆਨ ਦੇਣ। ਸੋ ਹਿੰਟਰਲੈਂਡ ਕੀ ਹੈ? ਇਹ ਉਹ ਲੈਂਡ ਰੀਜਨ ਹੈ ਜਿਹੜਾ ਸੀ ਪੋਰਟ ਤੋਂ ਅੱਗੇ ਨੂੰ ਐਕਸਟੈਂਡ ਹੋਇਆ ਹੁੰਦਾ ਹੈ। ਸੋ ਆਪਸ਼ਨ ਸੀ ਇਜ਼ ਦ ਰਾਈਟ ਆਂਸਰ। ਜਿੰਨੇ ਵੀ ਕਾਰਗੋਸ ਵਗੈਰਾ ਹੁੰਦੇ ਨੇ ਜੋ ਸੀ ਤੋਂ ਆਉਂਦੇ ਨੇ ਉਹ ਸਾਰੇ ਉਰੀ ਉਤਾਰੇ ਜਾਂਦੇ ਨੇ। ਸੋ hinterland is a land region extending from a seaport and this is very very important. Next is port especially developed for exporting iron ore to Japan. ਜਾਪਾਨ ਵਿੱਚ ਆਇਰਨ ਨੂੰ ਐਕਸਪੋਰਟ ਕਰਨ ਦੇ ਲਈ ਕਿਹੜਾ ਸਪੈਸ਼ਲੀ ਇਸੇ ਇੱਕ ਪਾਰਟਿਕੂਲਰ ਕੰਮ ਦੇ ਲਈ ਪੋਰਟ ਡਿਵੈਲਪ ਕੀਤਾ ਗਿਆ ਸੀ? ਸੋ ਉਹ ਸੀ ਪਾਰਾਦੀਪ, ਆਪਸ਼ਨ ਸੀ। ਨੈਕਸਟ ਇਜ਼ which of the following is the first company managed major port in India? ਸੋ ਇੰਡੀਆ ਦਾ ਕਿਹੜਾ ਇਹ ਜਿਹਾ ਪਹਿਲਾ ਪੋਰਟ ਬਣਿਆ ਜਿਹਨੂੰ ਇੱਕ ਕੰਪਨੀ ਪੂਰੀ ਤਰ੍ਹਾਂ ਮੈਨੇਜ ਕਰ ਰਹੀ ਹੈ ਤੇ ਇੱਕ ਮੇਜਰ ਪੋਰਟ ਹੈ ਇਹ? ਸੋ ਉਹ ਹੈ ਇਨੌਰ, ਆਪਸ਼ਨ ਬੀ। ਨੈਕਸਟ ਹੈ ਇਹਨਾਂ ਚਾਰਾਂ ਦੇ ਵਿੱਚੋਂ ਸਭ ਤੋਂ ਵੱਡਾ ਸ਼ਿਪਯਾਰਡ ਇੰਡੀਆ ਦਾ ਕਿੱਥੇ ਹੈ? ਸੋ ਉਹ ਹੈ ਵਿਸ਼ਾਖਾਪਟਨਮ, ਆਪਸ਼ਨ ਡੀ। Which of the following statement is correct? ਸੋ ਇਹਨਾਂ ਚਾਰਾਂ ਦੇ ਵਿੱਚੋਂ ਜਿਹੜੀ ਸਟੇਟਮੈਂਟ ਸਹੀ ਹੈ ਉਹ ਹੈ ਆਪਸ਼ਨ ਬੀ। ਆਪਸ਼ਨ ਬੀ ਕਹਿ ਰਹੀ ਹੈ ਵੀ ਜਿਹੜਾ ਮੁੰਬਈ ਵਾਲਾ ਪੋਰਟ ਹੈ ਉਹ ਕੰਟਰੀ ਦਾ ਆਲਮੋਸਟ
ਅੱਧਾ ਹਾਫ ਫੋਰਨ ਟ੍ਰੇਡ ਹੈਂਡਲ ਕਰਦੀ ਹੈ। ਸੋ ਪੂਰੇ ਦੇਸ਼ ਦਾ ਜਿਹੜਾ ਬਾਹਰੋਂ ਕੋਈ ਵੀ ਸਮਾਨ ਆਉਂਦਾ ਹੈ, ਇੰਪੋਰਟ ਹੁੰਦਾ ਹੈ ਸੀ ਰੂਟ ਦੇ ਜ਼ਰੀਏ, ਤਾਂ ਉਹ ਹਾਫ ਤੁਸੀਂ ਮੰਨ ਲਓ ਕਿ 1/2। ਸੋ ਪੂਰਾ ਆਲਮੋਸਟ 50% ਫੋਰਨ ਟ੍ਰੇਡ ਬਾय ਸੀ ਰੂਟ ਮੁੰਬਈ ਪੋਰਟ ਹੀ ਹੈਂਡਲ ਕਰਦੀ ਹੈ। ਨੈਕਸਟ ਆਪਣੇ ਕੋਲ 4 ਸੀ ਪੋਰਟਸ ਨੇ, ਆਪਾਂ ਨੇ ਨਾਰਥ ਟੂ ਸਾਊਥ ਇਹਨਾਂ ਨੂੰ ਸੀਕੁਐਂਸ ਵਿੱਚ ਲਗਾਉਣਾ। ਸੋ ਸਭ ਤੋਂ ਪਹਿਲਾ ਹੈ ਮਛੀਲੀਪਟਨਮ, then ਚੇਨਈ, third is ਨਾਗਾਪਟਨਮ and fourth is ਟੂਟੀਕੋਰਿਨ। ਸੋ ਆਪਸ਼ਨ ਬੀ ਇਹਦਾ ਰਾਈਟ ਆਨਸਰ। ਸੋ ਨੈਕਸਟ ਆਪਣੇ ਕੋਲ ਮੈਚ ਦੀ ਫੋਲੋਇੰਗ ਹੈ। ਇੱਕ ਸਾਈਡ ਤੇ ਮੇਜਰ ਪੋਰਟਸ ਨੇ, ਦੂਜੀ ਸਾਈਡ ਤੇ ਸਟੇਟ ਹੈ। ਆਪਾਂ ਨੇ ਇਹਨਾਂ ਪੋਰਟਸ ਨੂੰ ਸਟੇਟ ਦੇ ਨਾਲ ਮੈਚ ਕਰਨਾ ਹੈ ਤੇ ਇੱਕ NCERT ਬੇਸਡ ਕੁਐਸਚਨ ਹੈ ਐਂਡ ਦਿਸ ਇਜ਼ ਵੈਰੀ ਇੰਪੋਰਟੈਂਟ। ਸੋ ਆਪਸ਼ਨ ਏ ਹੈ ਜਵਾਹਰ ਲਾਲ ਨਹਿਰੂ। ਸੋ ਜਵਾਹਰ ਲਾਲ ਨਹਿਰੂ ਪੋਰਟ ਹੈ ਮਹਾਰਾਸ਼ਟਰ, ਦੈਨ ਪਾਰਾਦੀਪ ਓਡੀਸ਼ਾ, ਕਾਂਡਲਾ ਗੁਜਰਾਤ, ਇਨੌਰ ਤਮਿਲਨਾਡੂ। ਸੋ ਇਹ ਨੇਮ ਤੁਹਾਨੂੰ ਅਲੱਗ ਤੋਂ ਵੀ ਪੁੱਛੇ ਜਾ ਸਕਦੇ ਨੇ। ਸੋ ਰਾਈਟ ਆਨਸਰ ਇਜ਼ ਆਪਸ਼ਨ ਸੀ। ਨੈਕਸਟ ਕੁਝ ਪੇਅਰਸ ਨੇ ਸੀ ਪੋਰਟ ਦੇ ਨਾਲ ਸਟੇਟਸ ਦੇ ਨਾਮ ਨੇ, ਆਪਾਂ ਨੇ ਦੱਸਣਾ ਕਿ ਕਿਹੜਾ ਗਲਤ ਮੈਚ ਕੀਤਾ ਹੋਇਆ ਹੈ। ਸੋ ਉਰੇ ਜਿਹੜਾ ਇਨਕਰੈਕਟ ਪੇਅਰ ਹੈ ਉਹ ਹੈ ਆਪਸ਼ਨ ਡੀ ਕਾਕੀਨਦਾ ਮਹਾਰਾਸ਼ਟਰ। ਨੈਕਸਟ ਇਸ ਸਭ ਤੋਂ ਡੂੰਘਾ ਡੀਪੈਸਟ ਲੈਂਡਲੌਕ ਪ੍ਰੋਟੈਕਟਡ ਪੋਰਟ ਕਿਹੜਾ ਹੈ। ਸੋ ਡੀਪੈਸਟ ਲੈਂਡਲੌਕ ਪੋਰਟ ਇਜ਼ ਵਿਸ਼ਾਖਾਪਟਨਮ, ਆਪਸ਼ਨ ਬੀ। Next 395th question, which of the following port cater to the export of Kudermukh iron ore? So Kudermukh iron ore ਦੀ export ਜਿਹੜੇ port ਤੋਂ ਕੀਤੀ ਜਾਂਦੀ ਹੈ ਉਹ ਹੈ ਨਿਊ ਮੈਂਗਲੋਰ port, option B. Next western coast of India ਦੇ ਨਾਲ ਜਿਹੜੇ ports ਨੇ, ਆਪਾਂ ਨੇ downward ਜੇ ਇਹਨਾਂ ਨੂੰ sequence ਦੇ ਵਿੱਚ ਲਗਾਉਣਾ ਹੋਵੇ ਤਾਂ ਇਹਦਾ right sequence ਰਹੂਗਾ option B, ਪੋਰਬੰਦਰ, ਮਾਰਮਾਗਾਓ, ਮੈਂਗਲੋਰ and Kochi. Next is we have given 3 names of lakes and we have to tell ਕਿ ਕਿਹੜੀਆਂ lakes ਨੇ ਜਿਹੜੀਆਂ lagoon form ਕਰਦੀਆਂ ਨੇ। ਸੋ ਤਿੰਨੋਂ ਹੀ lagoon ਬਣਾਉਂਦੀਆਂ ਨੇ, ਸ਼ਿਲਿਕਾ, ਪੁਲਿਕਾਟ, ਵੇਮਬਨਾਥ, ਤੇ ਇਸ question ਦਾ right answer ਹੈ option D 1, 2 and 3. Consider the following port. 4 ports ਦੇ ਨਾਮ ਨੇ, ਆਪਾਂ ਨੇ north to south direction ਵਿੱਚ ਇਹਨਾਂ ਨੂੰ ਲਗਾਉਣਾ। ਸੋ ਸਭ ਤੋਂ ਪਹਿਲਾਂ ਜੇ north ਦੀ ਗੱਲ ਕਰੀਏ ਤਾਂ ਪਾਰਾਦੀਪ ਆਊਗਾ, ਫਿਰ ਆਊਗਾ ਵਿਸ਼ਾਖਾਪਟਨਮ, then Machilipatnam and last with southward Karaikal. So option D is the right answer. Next is left side ਦੇ ਆਪਣੇ ਕੋਲ tributary rivers ਨੇ ਤੇ right side ਤੇ main river। ਸੋ ਆਪਾਂ ਨੇ ਸਹੀ ਮੈਚ ਕਰਨੇ ਆ। ਸੋ ਇਹਨਾਂ ਦੇ ਵਿੱਚੋਂ ਜਿਹੜਾ correctly ਮੈਚ ਹੋਇਆ ਹੈ main river ਤੇ ਉਹਦੀ tributary ਉਹ ਹੈ ਮਾਨਸ ਤੇ ਬ੍ਰਹਮਪੁੱਤਰਾ। ਸੋ ਇਸ question ਦੇ ਅੰਦਰ ਸਿਰਫ ਇੱਕ ਹੀ pair ਹੈ ਜਿਹੜਾ correctly matched ਹੈ, that is third one. So right answer is option D 3 only. Next is which of the following is not a tributary of Ganga? ਇਹਨਾਂ ਚਾਰਾਂ ਦੇ ਵਿੱਚੋਂ ਜਿਹੜੀ ਗੰਗਾ ਦੀ tributary ਨਹੀਂ ਹੈ that is Satluj, option D. River Godavari flows through. Godavari river flow ਕਰਦੀ ਹੈ ਮਹਾਰਾਸ਼ਟਰ ਤੇ ਆਂਧਰਾ ਪ੍ਰਦੇਸ਼, option A. Main river flowing in state of Jammu and Kashmir. ਸੋ ਜਿਹੜੀ main ਨਦੀ ਜੰਮੂ ਐਂਡ ਕਸ਼ਮੀਰ ਵਿੱਚੋਂ flow ਕਰਦੀ ਹੈ that is Jhelum, option A. very important. ਕਿਹੜੀ ਰਿਵਰ ਹੈ ਜਿਹੜੀ ਰਿਫਟ ਵੈਲੀ ਦੇ ਥਰੂ ਫਲੋ ਕਰਦੀ ਹੈ? ਸੋ ਰਿਫਟ ਵੈਲੀ ਦੇ ਥਰੂ ਫਲੋ ਕਰਨ ਵਾਲੀ ਰਿਵਰ ਹੈ ਨਰਮਦਾ, ਆਪਸ਼ਨ ਬੀ। ਨਾਗਾ ਹਿਲਸ ਫਾਰਮ ਵਾਟਰਸ਼ੈਡ ਬਿਟਵੀਨ ਇੰਡੀਆ ਐਂਡ ਡੈਸ਼। ਨਾਗਾ ਹਿਲਸ ਨੇ ਜਿਹੜੇ ਇਹ ਇੰਡੀਆ ਤੇ ਮਿਆਂਮਾਰ ਦੇ ਵਿੱਚ ਵਾਟਰਸ਼ੈਡ ਫਾਰਮ ਕਰਦੇ ਆ। ਸੋ ਦਿਸ ਇਜ਼ ਅਗੇਨ ਵੈਰੀ ਇੰਪੋਰਟੈਂਟ ਜਿਓਗ੍ਰਾਫੀ ਕੁਐਸਚਨ, ਆਪਸ਼ਨ ਬੀ ਇਜ਼ ਦ ਰਾਈਟ ਆਂਸਰ। Which one among the following river has the largest catchment area? Largest catchment area ਹੈ ਕ੍ਰਿਸ਼ਨਾ ਦਾ, ਆਪਸ਼ਨ ਬੀ। ਇੰਡੀਆ ਦੀ ਕਿਹੜੀ ਸਟੇਟ ਹੈ ਜਿਹਨੂੰ ਲੈਂਡ ਆਫ 5 ਰਿਵਰ ਕਿਹਾ ਜਾਂਦਾ ਹੈ? ਸੋ 5 ਦਰਿਆਵਾਂ ਦੀ ਧਰਤੀ, ਪੰਜਾਬ, ਆਪਸ਼ਨ ਬੀ। ਵੈਰੀ ਇੰਪੋਰਟੈਂਟ ਕੁਐਸਚਨ especially for all ਪੰਜਾਬ state exam. ਇੰਡੀਆ ਦੀ ਸਭ ਤੋਂ ਵੱਡੀ ਲੇਕ ਕਿਹੜੀ ਹੈ? ਬਿਗੇਸਟ ਲੇਕ, ਸੋ that is ਸ਼ਿਲਿਕਾ ਲੇਕ, ਆਪਸ਼ਨ ਬੀ। What are the west flowing river of South India which flow into Arabian Sea? Again very important and most repetitive question. ਸੋ ਇਹ ਰਿਵਰ ਹੈ ਜਿਹੜੀ ਅਰੇਬੀਅਨ ਸੀ ਵਿੱਚ ਜਾ ਕੇ ਮਿਲਦੀਆਂ ਨੇ ਸਾਊਥ ਇੰਡੀਆ ਦੀਆਂ, ਨਰਮਦਾ ਤੇ ਤਾਪਤੀ, ਆਪਸ਼ਨ ਸੀ। ਨੈਕਸਟ ਇਜ਼ ਵਿਚ ਆਫ ਦ ਫੋਲੋਇੰਗ ਰਿਵਰ ਜੁਆਇਨ ਗੰਗਾ ਐਟ ਅਲਾਹਾਬਾਦ। ਅਲਾਹਾਬਾਦ ਵਿੱਚ ਜਾ ਕੇ ਗੰਗਾ ਨੂੰ ਜਿਹੜੀ ਰਿਵਰ ਜੁਆਇਨ ਕਰਦੀ ਹੈ that is ਯਮੁਨਾ, ਆਪਸ਼ਨ ਡੀ। ਨੈਕਸਟ ਇਜ਼ ਵਿਚ ਆਫ ਦ ਫੋਲੋਇੰਗ ਗਰੁੱਪ ਆਫ ਰਿਵਰ ਫਾਲ ਇਨ ਬੇ ਆਫ ਬੰਗਾਲ। ਇਹਨਾਂ ਦੇ ਵਿੱਚੋਂ ਜਿਹੜੀ ਰਿਵਰਸ ਦਾ ਗਰੁੱਪ ਬੇ ਆਫ ਬੰਗਾਲ ਵਿੱਚ ਜਾ ਕੇ ਮਿਲਦਾ ਹੈ ਉਹ ਹੈ ਗੰਗਾ, ਬ੍ਰਹਮਪੁੱਤਰਾ ਐਂਡ ਹੁਗਲੀ, ਆਪਸ਼ਨ ਏ। ਨਰਮਦਾ ਰਿਵਰ originate from ਅਮਰਕੰਟਕ in। ਨਰਮਦਾ ਨਦੀ ਹੈ ਜਿਹੜੀ ਅਮਰਕੰਟਕ ਤੋਂ ਸ਼ੁਰੂ ਹੁੰਦੀ ਹੈ, ਉੱਥੋਂ originate ਹੁੰਦੀ ਹੈ। ਅਮਰਕੰਟਕ ਕਿੱਥੇ ਹੈ? ਸੋ ਇਹ ਹੈ in the state of ਮੱਧ ਪ੍ਰਦੇਸ਼, ਆਪਸ਼ਨ ਸੀ।
ਇਹਨਾਂ ਚਾਰਾਂ ਦੇ ਵਿੱਚੋਂ ਨਾਰਥ ਫਲੋਇੰਗ ਰਿਵਰ ਕਿਹੜੀ ਹੈ? ਸੋ ਨਾਰਥ ਫਲੋਇੰਗ ਰਿਵਰ ਹੈ ਰਿਵਰ ਨਰਮਦਾ, ਆਪਸ਼ਨ ਬੀ। ਸੋ ਤੁਸੀਂ ਦੇਖ ਰਹੇ ਹੋਵੋਗੇ ਚਾਹੇ ਪਹਿਲੇ ਪਾਰਟਸ ਦੀ ਗੱਲ ਕਰੀਏ ਜਾਂ ਇਸ ਪਾਰਟ ਦੀ, ਨਰਮਦਾ ਰਿਵਰ ਬਾਰੇ ਬਾਰ-ਬਾਰ ਐਗਜ਼ਾਮ ਵਿੱਚ ਕੁਐਸਚਨ ਆਉਂਦੇ ਨੇ। ਸੋ ਤੁਸੀਂ ਨਰਮਦਾ ਰਿਵਰ ਦੇ ਜਿੰਨੇ ਜ਼ਿਆਦਾ ਤੋਂ ਜ਼ਿਆਦਾ ਫੀਚਰਸ ਹੋ ਸਕਣਗੇ ਜ਼ਰੂਰ ਤਿਆਰ ਕਰਕੇ ਜਾਣੇ ਆ। ਨੈਕਸਟ ਲੈਫਟ ਸਾਈਡ ਤੇ ਰਿਵਰਸ ਨੇ, ਰਾਈਟ ਸਾਈਡ ਤੇ ਇਹਨਾਂ ਦੀ ਟ੍ਰਿਬਿਊਟਰੀਜ਼, ਸੋ ਵੀ ਹੈਵ ਟੂ ਮੈਚ these rivers with their tributaries। so ਸਭ ਤੋਂ ਪਹਿਲਾ ਹੈ ਬ੍ਰਹਮਪੁੱਤਰਾ, ਬ੍ਰਹਮਪੁੱਤਰਾ ਦਿਖਾਓ, then krishna, musi, narmada, tava and kaveri, bhavani। so right answer ਹੈ option b। next 414 question, ਕਿਹੜੀ ਰਿਵਰ ਹੈ ਜਿਹੜੀ ਵਿਦਿਆ ਤੇ ਸਤਪੁਰਾ ਰੇਂਜ ਦੇ ਵਿਚਕਾਰ ਫਲੋ ਕਰਦੀ ਹੈ? ਸੋ ਉਹ ਹੈ ਰਿਵਰ ਨਰਮਦਾ, very important, option a। next is which of the following is an east flowing river in Indian peninsula? ਇਹਨਾਂ ਚਾਰਾਂ ਦੇ ਵਿੱਚੋਂ ਈਸਟ ਫਲੋਇੰਗ ਰਿਵਰ ਹੈ ਮਹਾਨਦੀ, ਆਪਸ਼ਨ ਸੀ। ਨੈਕਸਟ ਨਾਰਥ ਤੋਂ ਲੈ ਕੇ ਸਾਊਥਵਰਡ ਦੀ ਜੇ ਗੱਲ ਕਰੀਏ ਤਾਂ ਜਿਹੜੀਆਂ ਰਿਵਰਸ ਨੇ ਇੰਡੀਆ ਦੀਆਂ ਕਿਸ ਸੀਕੁਐਂਸ ਵਿੱਚ ਲੱਗਣਗੀਆਂ? ਸੋ ਇਹਦਾ ਰਾਈਟ ਆਨਸਰ ਹੈ ਆਪਸ਼ਨ ਸੀ। ਸਭ ਤੋਂ ਪਹਿਲਾਂ ਜਸਕਰ, ਦੈਨ ਸ਼ਿਓਕ, ਸਤਲੁਜ ਐਂਡ ਦੈਨ ਸਪੀਤੀ। ਅਮੰਗ ਦ ਫੋਲੋਇੰਗ ਏਰੀਆ ਵਾਈਡੈਸਟ ਕੰਟੀਨੈਂਟਲ ਸ਼ੈਲਫ ਹੈ ਜਿਹੜੀ ਇੰਡੀਆ ਦੀ, ਕਿੱਥੇ ਫਾਈਂਡ ਆਊਟ ਹੁੰਦੀ ਹੈ? ਸੋ ਇਹ ਫਾਊਂਡ ਹੁੰਦੀ ਹੈ ਕ੍ਰਿਸ਼ਨਾ ਤੇ ਗੋਦਾਵਰੀ ਡੈਲਟਾਸ ਦੇ ਆਲੇ ਦੁਆਲੇ। So the widest continental shelf of India is found off the Krishna and Godavari deltas, option C। Next is India ਦੀ ਕਿਹੜੀ ਲੇਕ ਹੈ ਜਿਹਦੇ ਵਿੱਚ salinity ਸਭ ਤੋਂ ਜ਼ਿਆਦਾ ਹੈ? So highest water salinity ਹੈ river Sambar lake ਵਿੱਚ, option D। Next is which of the following state has largest number of salt lake? ਸਭ ਤੋਂ ਜ਼ਿਆਦਾ salt lake ਨੇ ਇੰਡੀਆ ਦੇ ਅੰਦਰ ਰਾਜਸਥਾਨ ਸਟੇਟ ਵਿੱਚ, option B। ਨੈਕਸਟ ਆਪਾਂ ਨੇ ਦੱਸਣਾ ਹੈ ਕਿ ਕਿਹੜਾ ਪੇਅਰ ਸਹੀ ਮੈਚ ਨਹੀਂ ਹੋਇਆ। ਆਪਣੇ ਕੋਲ ਲੈਫਟ ਸਾਈਡ ਤੇ ਰਿਵਰ ਹੈ ਤੇ ਰਾਈਟ ਸਾਈਡ ਦੇ ਉੱਤੇ ਉਸ ਰਿਵਰ ਦੇ ਕੰਢੇ ਜਿਹੜੀ ਸਿਟੀ ਹੈ ਉਹਦਾ ਨਾਮ ਹੈ। ਸੋ ਇਹਨਾਂ ਵਿੱਚੋਂ ਜਿਹੜਾ ਪੇਅਰ ਗਲਤ ਹੈ that is option D, ਨਰਮਦਾ ਸਤਨਾ। ਬਾਕੀ ਪਹਿਲੇ ਤਿੰਨ ਆਪਸ਼ਨ ਬਿਲਕੁਲ ਸਹੀ ਨੇ, ਗੋਮਤੀ ਲਖਨਊ, ਸਰਯੂ ਅਯੋਧਿਆ, ਅਲਕਨੰਦਾ ਬਦਰੀਨਾਥ। ਜਿਹੜਾ ਸਰਯੂ ਅਯੋਧਿਆ ਹੈ ਇਹ ਆਉਣ ਵਾਲੇ ਐਗਜ਼ਾਮ ਦੇ ਲਈ ਤੁਸੀਂ ਜ਼ਰੂਰ ਤਿਆਰ ਕਰਨਾ ਹੈ ਕਿਉਂਕਿ ਅਯੋਧਿਆ ਕਾਫੀ ਟਾਈਮ ਤੋਂ ਕਰੰਟ ਅਫੇਅਰ ਵਿੱਚ ਵੀ ਰਹਿ ਰਿਹਾ ਹੈ। ਸੋ ਇਸੇ ਲਈ ਇਹਦੇ ਨਾਲ ਰਿਲੇਟਡ ਜੋ ਜੀਓਗ੍ਰਾਫੀਕਲ ਫੈਕਟਸ ਨੇ ਇਹ ਵੀ ਤੁਸੀਂ ਐਗਜ਼ਾਮ ਦੇ ਲਈ ਜ਼ਰੂਰ ਤਿਆਰ ਕਰਨੇ ਆ। ਤੇ ਅੱਜ ਦਾ ਆਪਣਾ ਇਸ ਇੰਪੋਰਟੈਂਟ ਪਾਰਟ 7 ਸੀਰੀਜ਼ ਦਾ ਲਾਸਟ ਕੁਐਸਚਨ ਹੈ ਬੀਚਿਸ ਇਨ ਇੰਡੀਆ ਐਂਡ ਸਟੇਟ। ਸੋ ਆਪਾਂ ਨੇ ਬੀਚਿਸ ਨੂੰ ਸਟੇਟ ਦੇ ਨਾਲ ਮੈਚ ਕਰਨਾ ਹੈ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਬੀ 3154। ਸੋ ਗੋਪੀਨਾਥ ਬੀਚ ਗੁਜਰਾਤ, then Lawson Bay Beach, Andhra Pradesh, Dev Bagh Beach, Karnataka and Cinquarium beaches in Goa। So option B is the right answer। This was all about today's lecture. Thank you and good luck.